श्री नानक पद पंकज बंदन पद पंकज बंदना सिमरो अंगद दुख निकंदना अमरदास गुर हृदय जावो हृदय जावो श्री गुरु रामदास गुण गावो श्री अर्जन विघ्नन के नाशक विघ्नन के नाशक हरि गोविंद शुभ सुमत पर काशक श्री हर राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला परम कृपाला श्री गुरु गोविंद सिंह विसाला तरों तरा पर पुन पुन सीसा जी पुन पुन सीसा बंदों बार बार जगदीसा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक ओंकारा सतगुरु तेह प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए सुन भणे नानकी बचना मन तब जे संसय खचना जुगो जुग अटल साहिब श्री गुरु ग्रंथ साहिब जी महाराज जी की पावन पवित्र हजूरी अंदर हाजरी भरे अत सत्कारयोग सत्संगी जनो दोवें हाथ जोड़ के फतेह प्रवान करो आखो जी वाहिगुरु जी का खालसा वाहिगुरु जी की फतेह। सतगुਰਾਂ जी की किरपा के सदका असी पिछले दीवाना दे विच श्री गुरु नानक प्रकाश के पूर्व रात अध्याय 18वें के प्रसंग की आरंभता की सी, जिस दे विच असी कल के दीवाना दे विच ये विचार सरवण कीते सन कि जिवें ही मेहता कालू जी वापस अपनी तलवंडी की धरती ते पहुँचते हैं, उस तो उपरंत धन गुरु नानक साहिब जी महाराज सुल्तानपुर की धरती के उत्ते रह के अपनी रोजाना की कार करते हैं ते उस परमात्मा दे नाल चित्त नूं जोड़ी रखते हैं। इसे तरह कुछ समा बतीत हुंदा है, नगर का सुल्तानपुर धरती का रहने वाला वसनीक कोई जयराम जी के कोल पहुँचता है तो धन गुरु नानक साहिब जी महाराज जी की निंदिया करता है, चुगली करता है। भाव जो कुछ भी धन गुरु नानक साहिब जी महाराज अपनी रोजाना की कार विहार करते हैं ना, उस तो खफा होके उस तो तंग होके उस विचार नूं विगाड़ के पेश करने का यतन करता है। उस दे उल्ट घाट घट के जयराम जी नूं आखदा है भी जो कुछ भी तुहाडा पत्नी का भरा कर रहा है ना, वो सब कुछ गलत है। जिस दिन लेखा होवेगा तां दौलत खां लोधी जिस दे सुभाਅ तो तुसीं जयराम जी चंगी तरह वाकफ हो, उस दे जिहड़े शासक ने, उस दे जिहड़े सेवक ने जां जिहड़े सिपाही ने, उन्हां दी दरिंदगी भी तुसीं चंगी तरीके दे नाल जाणदे हो। जिस दिन लेखा होवेगा तां बहुत घाटा पवेगा ते फिर बनदी सज़ा भी तुहानूं मिलेगी। जयराम जी दे नाल ये विचार चर्चा वो आदमी आके करदा है।
ਤੇ ਇਸੇ ਤਰ੍ਹਾਂ ਜੈ ਰਾਮ ਜੀ ਦੇ ਮਨ ਦੇ ਵਿੱਚ ਵੀ ਕੁਝ ਨਾ ਕੁਝ ਸੰਸ਼ੇ ਪੈਦਾ ਹੋ ਜਾਂਦੇ ਨੇ, ਸ਼ੰਕੇ ਪੈਦਾ ਹੋ ਜਾਂਦੇ ਨੇ, ਮਨ ਦੇ ਵਿੱਚ ਘਬਰਾਹਟ ਵੀ ਹੁੰਦੀ ਹੈ। ਤੇ ਜੈ ਰਾਮ ਜੀ ਫਿਰ ਬੇਬੇ ਨਾਨਕੀ ਜੀ ਦੇ ਨਾਲ ਵਿਚਾਰ ਕਰਦੇ ਨੇ ਤੇ ਆਖਦੇ ਨੇ ਵੀ ਮੈਂ ਚਿੰਤਾ ਦੇ ਸਮੁੰਦਰ ਦੇ ਵਿੱਚ ਡੁੱਬਿਆ ਹੋਇਆ, ਮੈਨੂੰ ਹੁਣ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਜਿਹਦੇ ਨਾਲ ਮੇਰੀ ਇਸ ਸੰਸਾਰ ਦੇ ਵਿੱਚ ਬਣੀ ਹੋਈ ਇੱਜ਼ਤ ਜਿਹੜੀ ਹੈ ਉਹ ਬਰਕਰਾਰ ਰਹਿ ਜਾਵੇ। ਕਿਉਂਕਿ ਜੈ ਰਾਮ ਜੀ ਨੇ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਲਿਜਾ ਕੇ ਦੌਲਤ ਖਾਂ ਦੇ ਕੋਲ ਮੋਦੀਖਾਨੇ ਦੇ ਵਿੱਚ ਉਹਨਾਂ ਨੂੰ ਨੌਕਰੀ ਦਿਵਾਈ ਸੀ। ਇਸੇ ਕਰਕੇ ਹੁਣ ਜੈ ਰਾਮ ਜੀ ਨੂੰ ਆਪਣੀ ਇੱਜ਼ਤ ਦਾ ਵੀ ਫਿਕਰ ਹੈ ਤੇ ਬੇਬੇ ਨਾਨਕੀ ਜੀ ਦੇ ਨਾਲ ਵਿਚਾਰ ਚਰਚਾ ਕਰਦੇ ਨੇ ਤੇ ਆਖਦੇ ਨੇ ਵੀ ਮੇਰੇ ਮਨ ਦੇ ਵਿੱਚ ਬਹੁਤ ਚਿੰਤਾ ਪੈਦਾ ਹੋ ਗਈ, ਸ਼ੰਕੇ ਵੀ ਨੇ, ਸੰਸਾ ਵੀ ਹੈ, ਮੇਰਾ ਮਨ ਡਾਵਾਂਡੋਲ ਹੋ ਰਿਹਾ ਤੇ ਤੁਸੀਂ ਦੱਸੋ ਵੀ ਹੁਣ ਮੈਂ ਕੀ ਕਰਾਂ। ਇੱਥੋਂ ਤੱਕ ਵਿਚਾਰ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਸਾਂ। ਆਓ ਅਗਲੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿਜਦਾ ਕਰਦੇ ਹੋਏ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸੁਣ ਭਣੇ ਨਾਨਕੀ ਬਚਨਾ, ਮਨ ਤਵ ਜੇ ਸੰਸੈ ਖਚਨਾ। ਜਦੋਂ ਜੈ ਰਾਮ ਜੀ ਦੀ ਵਿਚਾਰ ਬੇਬੇ ਨਾਨਕੀ ਜੀ ਨੇ ਸੁਣੀ ਨਾ ਕਿ ਜੈ ਰਾਮ ਜੀ ਇਹ ਬਚਨ ਆਖਦੇ ਨੇ ਵੀ ਮੇਰੇ ਮਨ ਦੇ ਵਿੱਚ ਬਹੁਤ ਚਿੰਤਾ ਹੈ, ਬਹੁਤ ਫਿਕਰ ਹੈ, ਮੈਨੂੰ ਆਪਣੀ ਇੱਜ਼ਤ ਦਾ ਵੀ ਖਿਆਲ ਹੈ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਚਿੰਤਾ ਦੇ ਸਮੁੰਦਰ ਦੇ ਵਿੱਚੋਂ ਕਿਵੇਂ ਪਾਰ ਕਰਾਂ, ਕਿਵੇਂ ਇਸ ਚਿੰਤਾ ਦੇ ਸਮੁੰਦਰ ਨੂੰ ਪਾਰ ਕਰਕੇ, ਇਸ ਭਵਜਲ ਨੂੰ ਪਾਰ ਕਰਕੇ ਮੈਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਾਂ। ਤਾਂ ਇਹ ਸਾਰੇ ਬਚਨ ਸੁਣ ਕੇ ਹੁਣ ਬੇਬੇ ਨਾਨਕੀ ਜੀ ਨੇ ਆਖਿਆ, ਬਚਨ ਕੀਤੇ ਨੇ, ਸੁਣ ਭਣੇ ਨਾਨਕੀ ਬਚਨਾ। ਇਹ ਸੁਣ ਕੇ ਬੇਬੇ ਨਾਨਕੀ ਨੇ ਬਚਨ ਕੀਤੇ, ਮਨ ਤਵ ਜੇ ਸੰਸੈ ਖਚਨਾ। ਤੁਹਾਡੇ ਮਨ ਦੇ ਵਿੱਚ ਜਿਹੜੇ ਵੀ ਸ਼ੱਕ ਨੇ, ਜਿਹੜੇ ਵੀ ਸੰਸ਼ੇ ਨੇ, ਜੋ ਵੀ ਚਿੰਤਾ ਹੈ ਉਹ ਤੁਹਾਡੇ ਮਨ ਦੇ ਵਿੱਚ ਘਰ ਕਰ ਗਏ ਹਨ। ਕਰ ਬਾਤ ਉਚਿਤ ਚਿਤ ਪਾਈ, ਜੋ ਭਰਮ ਪੂਰ ਮਿਟ ਜਾਈ। ਕਹਿੰਦੇ ਮੇਰੇ ਭਰਾ ਦੇ ਬਾਰੇ ਤੁਸੀਂ ਕੋਈ ਉਚਿਤ ਗੱਲ ਕਰੋ, ਤੁਸੀਂ ਕੋਈ ਇਹੋ ਜੀ ਗੱਲ ਕਰੋ, ਇਹੋ ਜੀ ਮਨ ਦੇ ਵਿੱਚ ਵਿਚਾਰ ਪੈਦਾ ਕਰੋ ਮੇਰੇ ਭਰਾ ਦੇ ਪ੍ਰਤੀ, ਜਿਸ ਦੇ ਨਾਲ ਤੁਹਾਡੇ ਮਨ ਦੇ ਵਿੱਚ ਧੀਰਜ ਆ ਸਕੇ, ਤੁਹਾਡੇ ਮਨ ਦੇ ਵਿੱਚ ਟਿਕਾ ਆ ਸਕੇ, ਤੁਹਾਡਾ ਮਨ ਇਸ ਚਿੰਤਾ ਦੇ ਸਮੁੰਦਰ ਦੇ ਵਿੱਚੋਂ ਨਿਕਲ ਸਕੇ। ਪ੍ਰਤੀਤ ਨ ਆਈ ਤੁਮਕੋ, ਕਿਆ ਮਸਲਤ ਬੂਝਤ ਹਮਕੋ। ਕਹਿੰਦੇ ਤੁਸੀਂ ਇੰਨਾ ਸਮਾਂ ਮੇਰੇ ਭਰਾ ਦਾ ਸੰਗ ਕੀਤਾ ਹੈ, ਤੁਸੀਂ ਤਾਂ ਮੇਰੇ ਭਰਾ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿ ਹਜੇ ਤੱਕ ਵੀ ਤੁਹਾਨੂੰ ਉਹਨਾਂ ਦੇ ਉੱਤੇ ਨਿਸ਼ਚਾ ਨਹੀਂ ਆਇਆ, ਹਜੇ ਵੀ ਤੁਹਾਨੂੰ ਉਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਆਇਆ ਜੋ ਤੁਸੀਂ ਮੇਰੇ ਕੋਲੋਂ ਸਲਾਹ ਪੁੱਛ ਰਹੇ ਹੋ। ਤੁਮ ਜਾਣਤ ਪ੍ਰਾਤ ਵਡਾਈ, ਨਿਤ ਦੇ ਤੁਮ ਜੈ ਸਮਝਾਈ। ਤੇ ਬੇਬੇ ਨਾਨਕੀ ਜੀ ਜੈ ਰਾਮ ਜੀ ਨੂੰ ਆਖਦੇ ਨੇ, ਹੇ ਪਤੀ ਦੇਵ ਜੀ, ਤੁਸੀਂ ਤਾਂ ਮੈਨੂੰ ਮੇਰੇ ਭਰਾ ਦੀ ਵਡਿਆਈ ਸਮਝਾਉਂਦੇ ਸੀ, ਮੇਰੇ ਭਰਾ ਦੀ ਵਡਿਆਈ ਕਰ ਕਰਕੇ ਤੁਸੀਂ ਮੇਰੇ ਨਾਲ ਉਸ ਦੀ ਵਡਿਆਈ ਦੀਆਂ ਬਾਤਾਂ ਪਾਉਂਦੇ ਹੁੰਦੇ ਸੀ, ਉਹਦੇ ਚੰਗੇ ਗੁਣਾਂ ਦੀ ਸਾਂਝ ਮੇਰੇ ਨਾਲ ਕਰਦੇ ਹੁੰਦੇ ਸੀ, ਤੁਸੀਂ ਮੈਨੂੰ ਸਮਝਾਉਂਦੇ ਹੁੰਦੇ ਸੀ। ਅੱਜ ਕੀ ਹੋ ਗਿਆ ਕਿ ਤੁਸੀਂ ਉਹਨਾਂ ਦੀ ਵਡਿਆਈ ਨੂੰ ਸਮਝ ਨਹੀਂ ਸਕੇ? ਤੁਹਾਡੇ ਕੋਲੋਂ ਕੋਈ ਗੱਲ ਲੁਕੀ ਛੁਪੀ ਨਹੀਂ ਹੈ, ਤੁਸੀਂ ਚੰਗੀ ਤਰ੍ਹਾਂ ਇਹ ਸਾਰਾ ਕੁਝ ਜਾਣਦੇ ਹੋ। ਨਿਤ ਹਮਰੋ ਉਰ ਪ੍ਰਤੀਤੂ, ਨੈ ਢੋਲਤ ਕਬਹੂ ਚੀਤੂ। ਤੇ ਇਸੇ ਕਰਕੇ ਕਹਿੰਦੇ ਮੇਰੇ ਹਿਰਦੇ ਦੇ ਵਿੱਚ ਸਦਾ ਹੀ ਪ੍ਰਤੀਤ ਹੈ, ਮੈਨੂੰ ਆਪਣੇ ਭਰਾ ਦੇ ਉੱਤੇ ਪੂਰਨ ਭਰੋਸਾ ਹੈ, ਪੂਰਨ ਵਿਸ਼ਵਾਸ ਹੈ ਤੇ ਇਸੇ ਕਰਕੇ ਮੇਰਾ ਚਿੱਤ ਕਦੇ ਵੀ ਨਹੀਂ ਡੋਲਦਾ। ਪਰਮੇਸ਼ਰ ਨਾਨਕ ਰੂਪਾ, ਉਪਕਾਰੀ ਸੰਤ ਅਨੂਪਾ। ਮੇਰਾ ਭਰਾ ਨਾਨਕ ਪਰਮੇਸ਼ਰ ਦਾ ਸਰੂਪ ਹੈ। ਬੇਬੇ ਨਾਨਕੀ ਜੀ ਨੂੰ ਆਪਣੇ ਭਰਾ ਦੇ ਉੱਤੇ ਪੂਰਨ ਨਿਸ਼ਚਾ ਹੈ ਤੇ ਬੇਬੇ ਨਾਨਕੀ ਜੀ ਬੇਨਤੀ ਕਰਦੇ ਨੇ, ਕਹਿੰਦੇ ਮੈਨੂੰ ਆਪਣੇ ਭਰਾ ਦੇ ਉੱਤੇ ਪੂਰਨ ਭਰੋਸਾ ਹੈ, ਉਹ ਕੋਈ ਆਮ ਇਨਸਾਨ ਨਹੀਂ, ਉਹ ਤਾਂ ਪਰਮੇਸ਼ਰ ਦਾ ਸਰੂਪ ਹੈ, ਉਹ ਕੋਈ ਵਿਲੱਖਣ ਉਪਕਾਰੀ ਸੰਤ ਹੈ। ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਨੂੰ ਸਮਝਿਆ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜੋਤ ਦੀ ਪਹਿਚਾਣ ਕੀਤੀ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਪਹਿਲੀ ਕਤਾਰ ਵਾਲੇ ਸਿੱਖ ਨੇ, ਉਹਨਾਂ ਸਿੱਖਾਂ ਦੇ ਵਿੱਚ ਬੇਬੇ ਨਾਨਕੀ ਜੀ ਦਾ ਵੀ ਨਾਮ ਵੀ ਸ਼ਾਮਲ ਹੈ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਨੂੰ ਸਮਝਿਆ ਸੀ। ਸੋਚਣ ਦੀ ਗੱਲ ਹੈ ਵੀ ਜਦੋਂ ਬੇਬੇ ਨਾਨਕੀ ਜੀ ਆਪਣੇ ਭਰਾ ਨਾਨਕ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਖਿਡਾਉਂਦੇ ਹੋਣਗੇ ਬਚਪਨ ਦੇ ਵਿੱਚ, ਕਿਹੋ ਜਿਹਾ ਆਨੰਦ ਮਹਿਸੂਸ ਕਰਦੇ ਹੋਣਗੇ, ਜਾਂ ਕਿਹੋ ਜਿਹੀਆਂ ਬਾਤਾਂ ਆਪਣੇ ਭਰਾ ਦੇ ਨਾਲ ਕਰਦੇ ਹੋਣਗੇ ਕਿ ਬੇਬੇ ਨਾਨਕੀ ਜੀ ਨੇ
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਸਲ ਸਰੂਪ ਦੀ ਸਮਝ ਹਾਸਲ ਕੀਤੀ ਸੀ ਵੀ ਇਹ ਅਕਾਲ ਪੁਰਖ ਪਰਮਾਤਮਾ ਦੀ ਕੋਈ ਰੱਬੀ ਜੋਤ ਹੈ, ਕੋਈ ਰੱਬੀ ਰੂਹ ਹੈ, ਜਿਸ ਨੇ ਇਸ ਸੰਸਾਰ ਦੇ ਉੱਤੇ ਸੰਸਾਰ ਦੇ ਜੀਵਾਂ ਦਾ ਉਧਾਰ ਕਰਨ ਦੇ ਵਾਸਤੇ ਮਨੁੱਖਾ ਜਾਮੇ ਦੇ ਵਿੱਚ ਪ੍ਰਗਟ ਹੋਏ। ਇਸੇ ਤਰ੍ਹਾਂ ਬੇਬੇ ਨਾਨਕੀ ਜੀ ਆਖਦੇ ਨੇ ਕਿ ਮੈਨੂੰ ਆਪਣੇ ਭਰਾ ਦੇ ਉੱਤੇ ਪੂਰਨ ਭਰੋਸਾ ਹੈ। ਪਬ ਮਾਇਆ ਵਰਤਤ ਜੋ ਸ਼੍ਰੀ ਨਾਨਕ ਕੀ ਸਭ ਸੋ। ਕਹਿੰਦੇ ਜਿੰਨਾ ਵੀ ਪਸਾਰਾ ਸੰਸਾਰ ਦੇ ਵਿੱਚ ਮਾਇਆ ਦਾ ਪਸਰਿਆ ਹੋਇਆ ਹੈ, ਜੋ ਕੁਝ ਵੀ ਸਭ ਕੁਝ ਚੱਲ ਰਿਹਾ ਹੈ ਨਾ, ਇਹ ਮੇਰੇ ਭਰਾ ਧੰਨ ਨਾਨਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕਰਕੇ ਹੀ ਸਾਰਾ ਕੁਝ ਚੱਲ ਰਿਹਾ ਹੈ। ਤੁਮ ਚਾਹਤ ਜੇ ਅਬ ਦੇਖਾ ਕਰ ਲੀਜੈ ਸਭ ਹੀ ਲੇਖਾ। ਤੇ ਫਿਰ ਜੈ ਰਾਮ ਜੀ ਨੂੰ ਆਖਦੇ ਨੇ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਸ਼ੰਕਾ ਹੈ ਨਾ, ਤਾਂ ਤੁਸੀਂ ਇਸ ਤਰ੍ਹਾਂ ਕਰੋ ਵੀ ਤੁਸੀਂ ਆਪ ਉਹਨਾਂ ਨੂੰ ਲੈ ਜਾ ਕੇ ਦੌਲਤ ਖਾਂ ਲੋਧੀ ਦੇ ਕੋਲ ਲੈ ਜਾਓ ਤੇ ਉੱਥੇ ਜਾ ਕੇ ਲੇਖਾ ਕਰ ਲਵੋ। ਤੁਹਾਡੇ ਮਨ ਦੇ ਸ਼ੰਕੇ ਵੀ ਦੂਰ ਹੋ ਜਾਣਗੇ। ਜੋ ਬਦੈ ਕਿਦੋਂ ਹੋਏ ਪੂਰਾ ਨਹਿ ਮਾਨੋ ਜੋ ਕਹਿ ਕੂੜਾ। ਕਹਿੰਦੇ ਤੁਸੀਂ ਮੇਰੀ ਗੱਲ ਨੂੰ ਰੱਤਾਂ ਭਰ ਵੀ ਝੂਠ ਨਾ ਮੰਨਿਓ। ਜਾਂ ਤਾਂ ਲੇਖਾ ਵਧੇਗਾ ਤੇ ਜਾਂ ਤਾਂ ਪੂਰਾ ਹੋਵੇਗਾ। ਕਦੇ ਵੀ ਲੇਖੇ ਦੇ ਵਿੱਚ ਘਾਟ ਨਹੀਂ ਆ ਸਕਦੀ, ਕਦੇ ਵੀ ਘਾਟਾ ਨਹੀਂ ਪੈ ਸਕਦਾ। ਮੈਨੂੰ ਆਪਣੇ ਭਰਾ ਦੀ ਇਮਾਨਦਾਰੀ ਦੇ ਉੱਤੇ ਵੀ ਪੂਰਨ ਭਰੋਸਾ ਹੈ। ਸੁਣ ਬੋਲਿਓ ਬਾਕ ਜੈ ਰਾਮਾ ਅਬ ਹੋ ਨਾ ਕਰੋ ਇਹ ਕੰਮ। ਇਹ ਸੁਣ ਕੇ ਭਾਈ ਜੈ ਰਾਮ ਜੀ ਬੋਲੇ ਨੇ, ਕਹਿੰਦੇ ਮੈਂ ਹੁਣ ਇਹ ਕੰਮ ਨਹੀਂ ਕਰਾਂਗਾ। ਹੈ ਤੁਮਰੇ ਉਰਜਬ ਐਸੇ ਨ ਲੇਖਾ ਕਰੇ ਹੋ ਕੈਸੇ। ਕਹਿੰਦੇ ਜਦੋਂ ਤੁਹਾਡੇ ਹਿਰਦੇ ਦੇ ਵਿੱਚ ਇਹੋ ਜਿਹੀ ਵਿਚਾਰ ਹੈ, ਤੁਹਾਨੂੰ ਆਪਣੇ ਭਰਾ ਦੇ ਉੱਤੇ ਪੂਰਨ ਭਰੋਸਾ ਹੈ, ਤਾਂ ਜੈ ਰਾਮ ਜੀ ਬੇਬੇ ਨਾਨਕੀ ਜੀ ਨੂੰ ਆਖਦੇ ਨੇ, ਕਹਿੰਦੇ ਮੈਂ ਇਹ ਲੇਖਾ ਕਿਵੇਂ ਕਰ ਸਕਦਾ। ਤੁਹਾਨੂੰ ਭਰੋਸਾ ਹੈ ਨਾ, ਤੁਹਾਡੇ ਨਾਲ ਹੀ ਮੇਰਾ ਭਰੋਸਾ ਬਣਿਆ ਹੋਇਆ, ਤੇ ਮੈਂ ਹੁਣ ਫਿਰ ਇਹ ਲੇਖਾ ਜੋਖਾ ਕਿਵੇਂ ਕਰਾਂਗਾ। ਬਚ ਭਣੈ ਨਾਨਕੀ ਸੁਣੀਏ ਅਬ ਲੇਖਾ ਲਹੋ ਨਾ ਗੁਣੀਏ। ਫਿਰ ਬੇਬੇ ਨਾਨਕੀ ਜੀ ਕਹਿੰਦੇ ਨੇ ਕਿ ਮੇਰੀ ਗੱਲ ਨੂੰ ਸੁਣੋ, ਤੁਸੀਂ ਇੱਕ ਵਾਰੀ ਲੇਖਾ ਕਰਵਾ ਲਵੋ, ਕਿਉਂਕਿ ਤੁਹਾਡੇ ਮਨ ਦੇ ਵਿੱਚ ਜਿਹੜੀ ਹੁਣ ਉਥਲ ਪੁਥਲ ਪੈਦਾ ਹੋਈ ਹੈ ਨਾ, ਇਹ ਤੁਹਾਨੂੰ ਚੈਨ ਨਹੀਂ ਆਵੇਗਾ, ਤੁਹਾਨੂੰ ਟਿਕਾ ਨਹੀਂ ਆਵੇਗਾ। ਤੁਸੀਂ ਇਸ ਤਰ੍ਹਾਂ ਕਰੋ, ਇੱਕ ਵਾਰੀ ਸਾਰਾ ਜਿਹੜਾ ਲੇਖਾ ਜੋਖਾ ਹੈ, ਹਿਸਾਬ ਕਿਤਾਬ ਹੈ, ਤੁਸੀਂ ਆਪ ਜਾ ਕੇ ਕਰਵਾ ਆਵੋ। ਨਹਿ ਕੀਜੈ ਅਵੇ ਬਿਲੰਬਾ ਬੁਲਬਾਵੋ ਸੁਤਮਮ ਅੰਬਾ। ਕਹਿੰਦੇ ਹੁਣ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦੇਰੀ ਨਾ ਕਰੋ, ਕੋਈ ਵੀ ਲੇਟ ਕੰਮ ਨਾ ਕਰੋ। ਇਸ ਤਰ੍ਹਾਂ ਕਰੋ, ਤੁਸੀਂ ਮੇਰੇ ਮਾਂ ਦੇ ਲਾਡ ਦੁਰਾਰੇ ਨੂੰ, ਮੇਰੇ ਭਰਾ ਨੂੰ ਇੱਥੇ ਬੁਲਾਉਣਾ ਕਰੋ। ਕਹਿ ਭੇਜੀ ਤੁਲਸਾ ਦਾਸੀ ਜੈ ਨਾਨਕ ਥੇ ਸੁਖ ਰਾਸੀ। ਜੈ ਰਾਮ ਜੀ ਨੇ ਹੁਣ ਆਪਣੇ ਘਰ ਦੇ ਵਿੱਚ ਰਹਿਣ ਵਾਲੇ ਸੇਵਕਾਂ ਦੇ ਵਿੱਚੋਂ ਇੱਕ ਤੁਲਸਾ ਨਾਮੀ ਸੇਵਕ ਜਿਹੜੀ ਦਾਸੀ ਸੀ, ਉਸ ਨੂੰ ਫਿਰ ਭੇਜਿਆ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੁੱਖਾਂ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬੁਲਾ ਕੇ ਲਿਆਂਦਾ ਜਾਵੇ। ਤਹਿ ਬੂਝਤ ਨਾਨਕ ਐਸੇ ਕਹੋ ਤੁਲਸਾ ਆਈ ਕੈਸੇ। ਹੁਣ ਜਿਹੜੀ ਦਾਸੀ ਤੁਲਸਾ ਜੀ ਸਨ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰ ਦੇ ਉੱਤੇ ਪਹੁੰਚਦੇ ਨੇ, ਮੋਦੀ ਖਾਨੇ ਦੇ ਉੱਤੇ ਪਹੁੰਚਦੇ ਨੇ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਲਸਾ ਜੀ ਨੂੰ ਦੇਖ ਕੇ ਪੁੱਛਦੇ ਨੇ ਵੀ ਤੁਲਸਾ ਜੀ ਦੱਸੋ, ਕਿਸ ਕਾਰਨ ਤੁਹਾਡਾ ਇੱਥੇ ਆਉਣ ਦਾ ਬਣਿਆ, ਕਿਸ ਕਰਕੇ ਤੁਸੀਂ ਇਸ ਅਸਥਾਨ ਦੇ ਉੱਤੇ ਆਏ ਹੋ, ਕੀ ਕਾਰਨ ਬਣਿਆ ਹੈ। ਪੁਨ ਦਾਸੀ ਬਚਨ ਬਖਾਨੇ ਤੁਮ ਭਗਨੀ ਬੋਹਿਤ ਬਾਨੇ। ਫਿਰ ਉਸ ਦਾਸੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਜਵਾਬ ਦਿੱਤਾ ਹੈ ਵੀ ਤੁਹਾਡੇ ਭੈਣ ਨਾਨਕੀ ਜੀ ਨੂੰ ਤੁਹਾਡੀ ਬਹੁਤ ਯਾਦ ਆ ਰਹੀ ਹੈ, ਉਹਨਾਂ ਦਾ ਚਿੱਤ ਕਰ ਰਿਹਾ ਤੁਹਾਡੇ ਦਰਸ਼ਨ ਕਰਨ ਦੇ ਲਈ। ਤੁਸੀਂ ਕਿਰਪਾ ਕਰੋ ਤੇ ਉਸ ਆਪਣੀ ਭੈਣ ਦੀ ਫਰਿਆਦ ਨੂੰ ਪੂਰੀ ਕਰੋ। ਬਹੁ ਬਿਨੈ ਕਰੀ ਕਹਿ ਬਾਨੀ ਤੇ ਦਰਸ਼ਨ ਕਰਨਾ ਠਾਨੀ। ਕਹਿੰਦੇ ਬਹੁਤ ਬੇਨਤੀਆਂ ਕਰਦੇ ਸਨ, ਭੈਣ ਨਾਨਕੀ ਜੀ ਬਹੁਤ ਫਰਿਆਦਾਂ ਕਰਦੇ ਸਨ ਕਿ ਮੈਨੂੰ ਆਪਣੇ ਵੀਰ ਦੇ ਦੀਦਾਰ ਕਰਨ ਦੀ ਇੱਛਾ ਹੈ, ਉਹਨਾਂ ਦੇ ਮਨ ਦੇ ਵਿੱਚ ਤੁਹਾਨੂੰ ਦੇਖਣ ਦੀ ਇੱਛਾ ਹੈ, ਦਰਸ਼ਨ ਕਰਨ ਦੀ ਇੱਛਾ ਹੈ। ਉਹ ਆਈ ਤੁਮਰੇ ਪਾਸਾ ਉੱਠ ਚਲੀਏ ਸੁਸਾ ਆਵਾਸਾ। ਇਸੇ ਕਰਕੇ ਕਹਿੰਦੀ ਮੈਂ ਤੁਹਾਡੇ ਪਾਸ ਆਈ ਹਾਂ, ਤੁਸੀਂ ਮੇਰੇ ਨਾਲ ਚੱਲੋ ਤੇ ਆਪਣੀ ਭੈਣ ਜੀ ਦੇ ਘਰ ਵੱਲ ਅਸਥਾਨ ਕਰੋ। ਦੋਹਰਾ ਸ੍ਰੀ ਨਾਨਕ ਬੋਲੇ ਬਚਨ ਚਲ ਤੁਲਸਾ ਹੋ ਆਏ।
मुझको लीन बुलाए ढिग बूझत भेगत दाए। ते धन गुरु नानक साहब जी महाराज जी ने ਜਦੋਂ ਬੇਬੇ ਨਾਨਕੀ ਜੀ ਦੀ ਫਰਿਆਦ ਦਾ ਪਤਾ ਲੱਗਾ ਤੁਲਸੀ ਦਾਸੀ ਦੇ ਕੋਲੋਂ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਉਚਾਰੇ ਨੇ ਕਿ ਤੁਸੀਂ ਘਰ ਵੱਲ ਚਾਲੇ ਪਾਓ, ਅਸੀਂ ਆਉਂਦੇ ਹਾਂ, ਤੁਸੀਂ ਪਹੁੰਚੋ, ਅਸੀਂ ਮਗਰ ਮਗਰ ਆਉਂਦੇ ਹਾਂ। ਤਾਂ ਇੰਨੇ ਨੂੰ ਹੁਣ ਜਿਹੜੇ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਕਥਾ ਸੁਣਾਉਂਦੇ ਨੇ, ਆਖਦੇ ਨੇ, ਕਹਿੰਦੇ ਵੀ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਾਸ ਬੁਲਾਇਆ ਮੁਕਤੀ ਦੇ ਦਾਤੇ। ਮੈਨੂੰ ਪੁੱਛਣ ਲੱਗੇ ਹਨ, ਹਾਕਲ ਛੰਦ क्यों हमें बुलाया बाला भ्रम होयो उर एह काला। ते भाई बाला जी कहते फिर मैनू धन गुरु नानक साहब जी महाराज जी ने सवाल किया, पुछया है कुछ, कहते बाला जी साडे मन दे विच भी एक भरम पैदा हो गया, साडे मन दे विच ये नहीं लग रहा भी पक्की ये गल आ भी बेबे नानकी जी दे मन दे विच दर्शनां दी तांघ है, इस करके इस दासी नूं भेजिया। मेरे मन दे विच कुछ ना कुछ विचार चलते ने, तुहानू की कारण लगता भी सानू इस तरीके दे नाल बुलाया है। मम चुगली कीनी काहू मन लिखत है विद जाहू। हुण धन गुरु नानक साहब जी महाराज दिलां दियां जानन वाले अंतरजामी प्रभु धन गुरु नानक साहब जी महाराज जी नूं पहला ही इस गल दा पता लग गया भी किसी ना किसी ने चुगली कीती है। ਤੇ ਹੁਣ ਭਾਈ ਬਾਲਾ ਜੀ ਦੇ ਨਾਲ ਵਿਚਾਰ ਕਰਦੇ ਨੇ, ਕਹਿੰਦੇ ਸਾਨੂੰ ਤਾਂ ਇੰਜ ਪ੍ਰਤੀਤ ਹੋ ਰਿਹਾ ਵੀ ਸਾਡੇ ਕੰਮ ਕਾਜ ਦੇ ਬਾਬਤ ਘਰ ਦੇ ਵਿੱਚ ਕਿਸੇ ਨੇ ਚੁਗਲੀ ਕੀਤੀ ਹੈ, ਇਸ ਕਰਕੇ ਕਹਿੰਦੇ ਸਾਨੂੰ ਇਸ ਕੰਮ ਦੇ ਵਾਸਤੇ ਬੁਲਾਇਆ ਗਿਆ ਹੈ। ਸ਼੍ਰੀ ਅੰਗਦ ਸੋ ਕਹਿ ਭਾਲਾ ਸਭ ਕਥਾ ਬੁਨਾਏ ਰਸਾਲਾ। ਤੇ ਹੁਣ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਫਰਿਆਦ ਕਰਦੇ ਨੇ ਤੇ ਰਸੀਲੀ ਕਥਾ ਜਿਹੜੀ ਹੈ ਉਹ ਸੁਣਾਉਣੀ ਕਰਦੇ ਨੇ। ਗੁਰ ਅੰਗਦ ਸੁਣੀਏ ਭੈਣਾ ਹੋ ਪਾਖਿਓ ਸੁਣੋ ਸੁਖੈਨਾ। हे ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੁਖਾਂ ਦੇ ਘਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹੁਣ ਕਥਾ ਸਾਰਤਾ ਸੁਣੋ। ਮੈਂ ਕਰੇ ਹੈ ਦੂਤੀ ਤੇਰੀ ਨੈ ਉਗਨਤ ਕਸ਼ਹੇਰੀ। ਤੇ ਭਾਈ ਬਾਲਾ ਜੀ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਇਹ ਪੁੱਛਿਆ ਸੀ ਨਾ ਵੀ ਕੀ ਕਾਰਨ ਹੋ ਸਕਦਾ, ਸਾਨੂੰ ਲੱਗਦਾ ਕਿਸੇ ਨੇ ਚੁਗਲੀ ਕੀਤੀ ਹੈ, ਤਾਂ ਭਾਈ ਬਾਲਾ ਜੀ ਕਹਿੰਦੇ ਫਿਰ ਮੈਂ ਉਹਨਾਂ ਨੂੰ ਇਹ ਜਵਾਬ ਦਿੱਤਾ ਸੀ, ਉਹਨਾਂ ਦੇ ਵਚਨ ਸੁਣ ਕੇ ਮੈਂ ਇਹ ਫਿਰ ਉਹਨਾਂ ਦਾ ਉੱਤਰ ਦਿੱਤਾ ਸੀ ਵੀ ਤੁਹਾਡੀ ਕੋਈ ਚੁਗਲੀ ਕਰ ਹੀ ਕਿਵੇਂ ਸਕਦਾ, ਨਾ ਔਗੁਣਤਾ ਕਸ਼ਹੇਰੀ, ਜਿਸ ਨੇ ਇਸ ਦੇ ਵਿੱਚ ਕੋਈ ਗੁਣ ਔਗਣਾ ਨੂੰ ਦੇਖਿਆ ਹੀ ਨਹੀਂ, ਪਹਿਚਾਣ ਹੀ ਨਹੀਂ ਕੀਤੀ, ਉਹ ਚੁਗਲੀ ਕਰ ਹੀ ਕਿਵੇਂ ਸਕਦਾ ਹੈ। ਨਹਿ ਘਰ ਤੇ ਕਛੂ ਕੁਕਾਰਾ ਸੁਣ ਨਾਨਕ ਬਚਨ ਉਚਾਰਾ। ਕਹਿੰਦੇ ਜਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੁਸੀਂ ਕੋਈ ਮਾੜਾ ਕੰਮ ਹੀ ਨਹੀਂ ਕਰਦੇ, ਤੁਹਾਡੀ ਕੋਈ ਨਿੰਦਿਆ ਕੋਈ ਚੁਗਲੀ ਕਰ ਹੀ ਕਿਵੇਂ ਸਕਦਾ ਹੈ। ਇਹ ਸਾਰਾ ਕੁਝ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਬਚਨ ਕੀਤੇ ਨੇ। ਹੈ ਆਪਨ ਮੈਂ ਜੋ ਮਿਠਾਈ ਸੋ ਬਾਲਾ ਆਣੇ ਉਚਾਈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਹੁਣ ਆਪਣੀ ਭੈਣ ਜੀ ਦੇ ਘਰ ਜਾ ਰਹੇ ਨੇ ਤੇ ਫਿਰ ਆਖਦੇ ਨੇ ਵੀ ਜਿਹੜੀ ਵੀ ਆਪਣੇ ਕੋਲ ਮਠਿਆਈ ਹੈ ਨਾ ਤੁਸੀਂ ਉਸ ਮਠਿਆਈ ਨੂੰ ਚੁੱਕ ਕੇ ਲੈ ਕੇ ਆਓ। ਤੇ ਭਾਈ ਬਾਲਾ ਜੀ ਫਿਰ ਉਸ ਮਠਿਆਈ ਨੂੰ ਚੁੱਕ ਕੇ ਲੈ ਕੇ ਆਉਂਦੇ ਨੇ। ਲੈ ਢਾਈ ਸੇਰ ਪਤਾਸੇ ਉਠ ਗਸ਼ਤ ਪੇ ਸੁਖ ਰਾਸੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਢਾਈ ਸੇਰ ਪਤਾਸੇ ਲੈ ਕੇ ਸੁੱਖਾਂ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਪਤਾਸਿਆਂ ਨੂੰ ਚੁੱਕ ਕੇ ਉੱਥੋਂ ਫਿਰ ਚੱਲ ਪਏ ਨੇ। ਚੱਲ ਆਏ ਸੁਸਾਨ ਕੀਤਾ ਹੋ ਸੰਗ ਗਇਓ ਕਰ ਹੇਤਾ। ਭਾਈ ਬਾਲਾ ਜੀ ਕਹਿੰਦੇ ਫਿਰ ਉਸ ਅਸਥਾਨ ਤੋਂ ਚੱਲ ਕੇ ਮੈਂ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਪ੍ਰੇਮ ਸਹਿਤ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਪਹੁੰਚਿਆ ਸਾਂ। ਉਠ ਕੀਨੋ ਬਹੁ ਸਤਿਕਾਰੂ ਮਚ ਦੀਨ ਵਸਾਏ ਜੋ ਚਾਰੂ। ਤੇ ਬੇਬੇ ਨਾਨਕੀ ਜੀ ਨੇ ਕਹਿੰਦੇ ਉੱਠ ਕੇ ਖੜੇ ਹੋ ਕੇ ਬੜੇ ਸਤਿਕਾਰ ਦੇ ਨਾਲ ਸਾਨੂੰ ਫਿਰ ਸੁੰਦਰ ਪਲੰਘ ਵਿਛਾ ਕੇ ਦਿੱਤਾ ਸੀ। ਤਬ ਬੋਲੇ ਬੇਦਨ ਕੀਤਾ ਕੋਹ ਭਗਨੀ ਬੋਲਤ ਹੇਤਾ। ਫਿਰ ਕਹਿੰਦੇ ਬੇਬੇ ਨਾਨਕੀ ਜੀ ਨੇ ਬਚਨ ਕੀਤੇ ਨੇ। ਬੇਬੇ ਨਾਨਕੀ ਜੀ ਦੀ ਜਿਹੜੀ ਫਰਿਆਦ ਸੀ ਉਹ ਸਾਰੀ ਸੁਣੀ। ਫਿਰ ਅੱਗੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਬਚਨ ਕਰਦੇ ਨੇ, ਆਖਦੇ ਨੇ ਕਿ ਭੈਣ ਜੀ ਦੱਸੋ ਕੀ ਕਾਰਨ ਹੋਇਆ ਵੀ ਤੁਸੀਂ ਸਾਨੂੰ ਇੰਨੀ ਛੇਤੀ ਦੇ ਨਾਲ ਬੁਲਾਉਣਾ ਕੀਤਾ ਹੈ।
तुम हमको भूल पठायो, सुन आयस मैं चल आयो। कहते तुसी सानू सदा भेजिया सी, तुसी सानू बुलाउणा कीता सी, इस करके मैं वो सारी फरियाद सुन के छेती देना इस दर दे उत्ते चल आया हाँ। कह कालू तनु जा पाई, तब दर्शन मन ललचाई। मैं तां कालू जी दी पुत्री बेबे नानकी जी ने अपने वीर नूं आख्या, हे मेरे वीर, मेरे मन दे विच तुहाडे दर्शन करन दी लालसा सी, इस करके मैं तुहानू सदा भेजिया सी। तब भेजी तुलसा दासी, अब देखत हृदा विकासी। इसे करके मैं तुलसा दासी नूं तुहाडे कोल भेजिया सी। हुण तुहाडे दर्शन देख के मेरे मन दे विच चाव पैदा हो गया, मेरा मन खुशी दे नाल हुण भर गया है। श्री नानक बचन उच्चारे, सुन भगनी हृदय हमारे। फिर धन गुरु नानक साहब जी महाराज जी ने बेबे नानकी जी दे बचन सुन के आख्या है, भैण नानकी जी, साडे मन दे विच एक भरम पैदा होया है। भ्रम होयो देहो बताई, किस कारज मोहे बुलाई। कहंदे सानू यही नहीं लगता भी तुसी केवल साडे दर्शन करन दे वास्ते सानू बुलाया है, तुहाडे मन दे विच भी कोई विचार चल रही है, किरपा करके सानू वो सारी दी सारी विचार दसना करो। बचपने नानकी ऐसे, तुम जानत सब विद जैसे। हुण बेबे नानकी जी अपने वीर नूं आखदे ने, तुसी तां परमेश्वर दा स्वरूप हो, तुसी तां सारी विद जाणदे हो अंतर जामी जानो, बिन बोलत सबे पछानो। तुसी तां आप अंतर जामी हो, बिना बोलिया सब दे दिलां दियां जानन वाले हो। सुन भगनी मैं उरजानी, मुरदूती किणै विखानी। फिर आखदे ने, मेरे प्यारे भैण जी, ਸਾਡੇ मन ਦੇ ਵਿੱਚ ਤਾਂ ਇਹੀ ਵਿਚਾਰ ਚੱਲਦੀ ਹੈ ਵੀ ਤੁਸੀਂ ਸਾਨੂੰ ਇਸ ਕਰਕੇ ਬੁਲਾਇਆ, ਤੁਹਾਡੇ ਕੋਲ ਆ ਕੇ ਸਾਡੀ ਕਿਸੇ ਨੇ ਚੁਗਲੀ ਕੀਤੀ ਹੈ ਆਗੇ ਹਮੇ ਸੰਦੋਹ, ਸਭ ਲੇਖਾ ਅਬ ਕਰ ਲਿਓ। ਕਹਿੰਦੇ ਸਾਨੂੰ ਪਹਿਲਾਂ ਹੀ ਸ਼ੱਕ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ, ਕਹਿੰਦੇ ਸਾਨੂੰ ਪਹਿਲਾਂ ਹੀ ਇਸ ਗੱਲ ਦੇ ਉੱਤੇ ਸ਼ੱਕ ਪੈਦਾ ਹੋ ਗਿਆ ਸੀ। ਇਸੇ ਕਰਕੇ ਕਹਿੰਦੇ ਅਸੀਂ ਤਾਂ ਆਪ ਚਾਹੁੰਦੇ ਹਾਂ ਵੀ ਸਾਡੀ ਹੱਟੀ ਦਾ, ਉਸ ਮੋਦੀਖਾਨੇ ਦਾ ਛੇਤੀ ਤੋਂ ਛੇਤੀ ਨਾ ਹਿਸਾਬ ਕਿਤਾਬ ਕੀਤਾ ਜਾਵੇ। ਬਹੁਤ ਦੇਰ ਭਈ ਬਿਨ ਲੇਖੇ, ਧਨ ਨਿਕਸੈ ਕਿਤਨੋ ਛੇਕੇ। ਕਹਿੰਦੇ ਲੇਖਾ ਕੀਤਿਆਂ ਨੂੰ ਵੀ ਬਹੁਤ ਦੇਰ ਹੋ ਗਈ, ਬਹੁਤ ਸਮਾਂ ਹੋ ਗਿਆ, ਹੁਣ ਹਿਸਾਬ ਕਿਤਾਬ ਨਹੀਂ ਹੋਇਆ ਸਾਡੀ ਦੁਕਾਨ ਦਾ। ਇਸੇ ਕਰਕੇ ਕਹਿੰਦੇ ਪਤਾ ਨਹੀਂ ਕਿੰਨਾ ਧਨ ਬਾਕੀ ਨਿਕਲੇਗਾ। ਮਿਟ ਜੇ ਹੈ ਮਨ ਸੰਦੇਹਾ, ਇਉ ਪੂਰਬ ਹੀ ਮੁਝ ਪ੍ਰੇਹਾ। ਤੇ ਬੇਬੇ ਨਾਨਕੀ ਜੀ ਆਖਦੇ ਨੇ, ਤੇ ਨਾਲ ਹੀ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਬਚਨ ਵੀ ਕਰਦੇ ਨੇ ਹਿਸਾਬ ਕਿਤਾਬ ਕਰਨ ਦੇ ਵਾਸਤੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਆਖਦੇ ਨੇ, ਕਹਿੰਦੇ ਛੇਤੀ ਦਿਨਾਂ ਇਹ ਲੇਖਾ ਜੋਖਾ ਹੋਵੇ, ਤੇ ਜਿੰਨੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕੇ ਪੈਦਾ ਹੋਏ ਨੇ, ਸੰਸੇ ਪੈਦਾ ਹੋਏ ਨੇ, ਉਹ ਸਾਰੇ ਦੇ ਸਾਰੇ ਸੰਸੇ ਛੇਤੀ ਦਿਨਾਂ ਖਤਮ ਹੋ ਜਾਣ। ਸੁਣ ਭਗਨੀ ਦੇਤ ਦਿਲੇਸਾ, ਨੈ ਕੋ ਪ੍ਰਾਤਿਆਂ ਦੇਸਾ। ਫਿਰ ਭੈਣ ਜੀ ਨੇ ਇਹ ਗੱਲ ਸੁਣ ਕੇ ਦਿਲਾਸਾ ਦਿੱਤਾ ਤੇ ਕਿਹਾ, हे ਮੇਰੇ ਭਰਾ ਜੀ, ਸਾਡੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਕੋਈ ਸੰਸਾ ਨਹੀਂ, ਸਾਨੂੰ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਹੈ। ਸਭ ਲੇਖਾ ਲੈਣਾ ਦੇਣਾ, ਨਿਤ ਚਲਿਓ ਜਾਤ ਕਟ ਹੈ ਨਾ। ਕਹਿੰਦੇ ਇਹ ਲੇਖਾ ਜੋਖਾ ਤਾਂ ਸਾਰੀ ਜ਼ਿੰਦਗੀ ਚੱਲਦਾ ਰਹਿੰਦਾ ਹੈ, ਸਾਨੂੰ ਪੂਰਨ ਭਰੋਸਾ ਹੈ ਇਹ ਲੇਖਾ ਕਦੇ ਵੀ ਤੁਹਾਡਾ ਘਟੇਗਾ ਨਹੀਂ। ਪੋ ਭਗਨੀ ਸਤ ਅਲਾਈ, ਧਰ ਲੇਖਾ ਲਾਜ ਨਰਾਈ। ਮੇਰੇ ਭੈਣ ਜੀ, ਤੁਸੀਂ ਸੱਚੀ ਗੱਲ ਕਹੀ ਹੈ, ਲੇਖਾ ਕਰਵਾਉਣ ਦੇ ਵਿੱਚ ਰੱਤੀ ਭਰ ਵੀ ਸ਼ਰਮ ਨਹੀਂ ਹੈ ਸਾਨੂੰ, ਕਿਉਂਕਿ ਸਾਨੂੰ ਪਤਾ ਅਸੀਂ ਸਾਰਾ ਕਾਰ ਵਿਹਾਰ ਇਮਾਨਦਾਰੀ ਦੇ ਨਾਲ ਕੀਤਾ ਹੈ। ਨਹਿ ਕਰੀਏ ਅਬ ਕਛ ਦੇਰਾ, ਸਭ ਲੇਖਾ ਲਿਓ ਨਵੇਰਾ। ਕਹਿੰਦੇ ਜੇ ਹੁਣ ਨਾ ਅਸੀਂ ਲੇਖਾ ਕੀਤਾ, ਅੱਜ ਨਹੀਂ ਕਰਾਂਗੇ ਤਾਂ ਕੱਲ ਨੂੰ ਤਾਂ ਲੇਖਾ ਜੋਖਾ ਆਉਣਾ ਹੀ ਹੈ, ਇੱਕ ਨਾ ਇੱਕ ਦਿਨ ਤਾਂ ਸਾਰਾ ਹਿਸਾਬ ਕਿਤਾਬ ਕਰਨਾ ਪਵੇਗਾ। ਇਸੇ ਕਰਕੇ ਕਹਿੰਦੇ ਅਸੀਂ ਹੁਣੇ ਹੀ ਇਸ ਲੇਖੇ ਦਾ ਨਿਬੇੜਾ ਕਰਦੇ ਹਾਂ। ਮਨ ਸੰਸੈ ਜਾਹੇ ਨਿਵਾਰਾ, ਹਵੈ ਦੂਤਨ ਕਾ ਮੁਖ ਕਾਰਾ। ਕਹਿੰਦੇ ਜਿਵੇਂ ਤੁਹਾਡੇ ਹਿਰਦੇ ਦੇ ਵਿੱਚ ਵਿਚਾਰ ਉਪਜਿਆ ਹੈ ਨਾ, ਤੇ ਮਨ ਦੇ ਸਾਰੇ ਸੰਸੇ ਦੂਰ ਹੋ ਜਾਣਗੇ, ਤੇ ਇਸੇ ਦੇ ਨਾਲ ਨਾਲ ਜਿਨ੍ਹਾਂ ਨੇ ਵੀ ਚੁਗਲੀ ਕੀਤੀ ਹੈ ਉਹਨਾਂ ਦੇ ਵੀ ਮੂੰਹ ਬੰਦ ਹੋ ਜਾਣਗੇ। ਸੁਨ ਭਗਨੀ ਬੈਨ ਉਚਾਰਾ, ਜਿਉ ਉਪਜੇ ਹਿਰਦੇ ਵਿਚਾਰਾ।
ਤੇ ਫਿਰ ਪਿਆਰੇ ਭੈਣ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦ ਸੁਣੇ ਨੇ, ਬਚਨ ਸੁਣੇ ਨੇ ਤੇ ਆਖਿਆ ਜਿਵੇਂ ਤੁਹਾਡੇ ਹਿਰਦੇ ਦੇ ਵਿੱਚ ਵਿਚਾਰ ਪੈਦਾ ਹੁੰਦੇ ਨੇ, ਜਿਵੇਂ ਤੁਹਾਡਾ ਮਨ ਕਹਿੰਦਾ ਹੈ ਉਵੇਂ ਹੀ ਕਰਦੇ ਹਾਂ। ਮਨ ਜਾਨੋ ਕਰੀਏ ਸੋਈ, ਜੋ ਹਿਰਦੇ ਹਰਖ ਤਬ ਹੋਈ। ਜੋ ਵੀ ਤੁਹਾਡਾ ਮਨ ਚਾਹੁੰਦਾ ਹੈ ਉਵੇਂ ਤਰੀਕੇ ਦੇ ਨਾਲ, ਉਸੇ ਵਿਧੀ ਦੇ ਨਾਲ ਸਾਰਾ ਕੁਝ ਕਰੋ ਜਿਵੇਂ ਤੁਹਾਡੇ ਮਨ ਨੂੰ ਖੁਸ਼ੀ ਹੁੰਦੀ ਹੈ। ਲੈ ਸੰਗ ਚਲੇ ਜੈ ਰਾਮਾ, ਜੈ ਦੌਲਤ ਖਾਗੋ ਧਾਮਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਜੈ ਰਾਮ ਜੀ ਨੂੰ ਨਾਲ ਲੈ ਕੇ ਦੌਲਤ ਖਾਂ ਲੋਧੀ ਦੇ ਨਿਵਾਸ, ਜਿੱਥੇ ਦੌਲਤ ਖਾਂ ਲੋਧੀ ਬੈਠੇ ਸਨ, ਉਸ ਘਰ ਦੇ ਵਿੱਚ ਪਹੁੰਚ ਗਏ ਨੇ। ਮਿਲ ਨਵੀ ਸਿੰਧ ਸੋ ਬੈਸੇ, ਨਰ ਪ੍ਰਕਾਰਿਤ ਹੋਵੇ ਜੈਸੇ। ਕਹਿੰਦੇ ਉਸ ਸਥਾਨ ਦੇ ਉੱਤੇ ਹੁਣ ਦੌਲਤ ਖਾਂ ਲੋਧੀ ਆਪਣੇ ਮੁਨਸ਼ੀਆਂ ਦੇ ਨਾਲ, ਲੇਖਾ ਜੋਖਾ ਕਰਨ ਵਾਲਿਆਂ ਦੇ ਨਾਲ ਬੈਠੇ ਹੋਏ ਸਨ। ਹੋਰ ਵੀ ਕੰਮਕਾਰ ਕਰਨ ਦਾ ਜਿਹੜਾ ਲੇਖਾ ਸੀ, ਹਿਸਾਬ ਕਿਤਾਬ ਸੀ, ਉਹ ਸਾਰੇ ਦਾ ਸਾਰਾ ਹਿਸਾਬ ਕਿਤਾਬ ਸੰਸਾਰੀ ਮਨੁੱਖਾਂ ਵਾਲਾ ਕਾਰ ਵਿਹਾਰ ਦੌਲਤ ਖਾਂ ਲੋਧੀ ਜੀ ਕਰ ਰਹੇ ਸਨ। ਜੋ ਆਮਦ ਖਰਚ ਪਇਓ ਹੈ, ਸਭ ਭਾਗ ਲਿਖਾਏ ਦਿਓ ਹੈ। ਜੋ ਵੀ ਆਮਦਨ ਖਰਚ ਹੋਈ ਸੀ, ਜੋ ਕੁਝ ਵੀ ਖਰਚਾ ਹੋਇਆ, ਜੋ ਕੁਝ ਵੀ ਆਮਦਨ ਹੋਈ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹ ਸਾਰੇ ਦਾ ਸਾਰਾ ਉਹਨਾਂ ਮੁਨਸ਼ੀਆਂ ਨੂੰ ਲਿਖਵਾ ਦਿੱਤਾ ਹੈ। ਦੋਹਰਾ 3 ਮਹੀਨੇ ਅਰਧ ਪੁਨ, ਲੇਖਕ ਲੇਖਾ ਕੀਨ। 135 ਰਜਤ ਪਨ, ਬਾਦੇ ਦਾਨੀ ਦੀਨ। ਹੁਣ ਜਦੋਂ 3.5 ਮਹੀਨੇ ਦਾ, 3 ਮਹੀਨੇ ਅਰਧ ਦਾ ਭਾਵ ਹੁੰਦਾ ਅੱਧਾ, ਤੇ 3 ਮਹੀਨੇ ਪੂਰੇ ਭਾਵ 3.5 ਮਹੀਨਿਆਂ ਦਾ ਜਦੋਂ ਲੇਖਾ ਜੋਖਾ ਹੋਇਆ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਰਾ ਹਿਸਾਬ ਕਿਤਾਬ ਕੀਤਾ। ਤਾਂ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਲਿਖਦੇ ਨੇ, ਕਹਿੰਦੇ 1/7 ਰਜਤ ਪਨ। 7 ਦਾ ਭਾਵ ਹੈ ਸੈਂਕੜਾ, 1 ਸੈਂਕੜਾ ਤੇ 35 ਭਾਵ 135 ਰਜਤ ਪਨ ਜਿਹੜੀ ਮਾਇਆ ਸੀ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਖਾਤੇ ਦੇ ਵੱਲ ਵੱਧ ਹੀ ਨਿਕਲੀ। ਜਿਹੜਾ ਵੀ ਲੇਖਾ ਜੋਖਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਰਨ ਗਏ ਸਨ, ਉਸ ਸਮੇਂ ਦੀ ਜਿਹੜੀ ਰਾਸ਼ੀ ਸੀ, ਅਸੀਂ ਜਦੋਂ ਸੱਚਾ ਸੌਦਾ ਦੀ ਵੀ ਵਿਚਾਰ ਕੀਤੀ ਸੀ, ਉਸ ਸਮੇਂ ਵੀ ਰਜਤ ਪਨ ਦੀ ਵਿਚਾਰ ਹੋਈ ਸੀ ਵੀ 20 ਰਜਤ ਪਨ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਘਰੋਂ ਗਏ ਸਨ। ਇਸੇ ਤਰ੍ਹਾਂ ਹੁਣ 135 ਰਜਤ ਪਨ ਜਿਹੜੇ ਨੇ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹਿਸਾਬ ਕਿਤਾਬ ਦੇ ਵਿੱਚ ਵੱਧਦੇ ਨਿਕਲਦੇ ਨੇ। ਇਸੇ ਤਰ੍ਹਾਂ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੋਦੀਖਾਨੇ ਦਾ ਲੇਖਾ ਜੋਖਾ ਹੁੰਦਾ ਹੈ। ਬਾਕੀ ਅੱਗੇ ਕੀ ਵਿਚਾਰਾਂ ਹੁੰਦੀਆਂ ਨੇ, ਕਿਵੇਂ ਕਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਅਗਲੀ ਕਾਰ ਵਿਹਾਰ ਕਰਦੇ ਨੇ, ਕੀ ਵਿਚਾਰਾ ਕਰਦੇ ਨੇ, ਉਹ ਰਹਿੰਦੀਆਂ ਵਿਚਾਰਾਂ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦੇ ਭੁੱਲਾ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।